ਵੈਲਕਮ एवरीवन PCS 2020 ਦੀ ਤੁਹਾਡੀ ਤਿਆਰੀ ਦੇ ਵਿੱਚ ਰਾਜ IAS ਵੱਲੋਂ ਪੂਰਾ ਯੋਗਦਾਨ ਜਿੱਥੇ ਤੱਕ ਹੋਵੇਗਾ ਤੁਹਾਨੂੰ ਅਸੀਂ ਆਤਮ ਨਿਰਭਰ ਬਣਾਉਣ ਦੇ ਲਈ ਪੂਰੀ ਐਫਰਟਸ ਕਰਾਂਗੇ। ਇਸ ਸੀਰੀਜ਼ ਦੇ ਵਿੱਚ ਅਸੀਂ ਤੁਹਾਡੇ ਨਾਲ ਦੋ ਚੀਜ਼ਾਂ ਸ਼ੁਰੂ ਕੀਤੀਆਂ, ਇੱਕ ਪ੍ਰੀ ਦੇ ਪੇਪਰ ਦਾ ਐਨਾਲਿਸਿਸ ਤੇ ਇੱਕ ਪ੍ਰੀਵੀਅਸ ਈਅਰ ਮੇਨਸ ਦੇ ਪੇਪਰ ਦਾ ਐਨਾਲਿਸਿਸ। ਅੱਜ ਮੈਂ ਉਸੇ ਸੀਰੀਜ਼ ਨੂੰ ਕੰਟੀਨਿਊ ਕਰਦਾ ਹੋਇਆ ਪਿਛਲੇ ਸਾਲ 2018 ਦੇ ਵਰਲਡ ਹਿਸਟਰੀ ਦੇ ਕੁਐਸਚਨ ਦੇ ਥਰੂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇੱਕ ਇਫੈਕਟਿਵ ਇੰਪ੍ਰੈਸਿਵ ਆਨਸਰ ਕਿੱਦਾਂ ਲਿਖਿਆ ਜਾਏ ਕਿ ਅਸੀਂ ਬਾਕੀਆਂ ਤੋਂ ਵੱਧ ਨੰਬਰ ਲੈ ਸਕੀਏ, ਰਾਈਟ। ਇਸ ਤੋਂ ਬਾਅਦ ਆਨਸਰ ਡਿਸਕਸ ਕਰਨ ਤੋਂ ਬਾਅਦ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਾਂਗੇ। ਸਵਾਲ ਆਇਆ ਸੀ 2018 ਦੇ ਵਿੱਚ ਦ ਇੰਡਸਟਰੀਅਲ ਰੈਵੋਲੂਸ਼ਨ ਵਾਜ਼ ਅ ਮਿਕਸਡ ਬਲੇਸਿੰਗ ਕਮੈਂਟ, ਰਾਈਟ। ਹੁਣ ਇਹਦੇ 'ਚ ਕੀ ਟਰਮਸ ਕੀ ਸੀਗੀਆਂ ਕੁਐਸਚਨ ਦੇ ਵਿੱਚ? ਇੱਕ ਟਰਮ ਸੀ ਇੰਡਸਟਰੀਅਲ ਰੈਵੋਲੂਸ਼ਨ, ਦੂਜੀ ਸੀ ਇਹ ਮਿਕਸਡ ਬਲੇਸਿੰਗ ਹੈ। ਮੀਨਸ ਸਾਨੂੰ ਨਾ ਇਹਦੇ ਪੋਜ਼ਿਟਿਵ ਤੇ ਨੈਗੇਟਿਵ ਦੋਨੇ ਚੀਜ਼ਾਂ ਦੱਸਣੀਆਂ ਕਿ ਇਹਦੇ ਨਾਲ ਕੁਝ ਅੱਛਾਈਆਂ ਵੀ ਸੀ ਤੇ ਕੁਝ ਬੁਰਾਈਆਂ ਵੀ ਸੀ, ਰਾਈਟ। ਇਹਦਾ ਇੰਪੈਕਟ ਜੋ ਸੀਗਾ ਤੇ ਤੀਜੀ ਚੀਜ਼ ਆਪਾਂ ਕਿੱਦਾਂ ਦਾ ਆਨਸਰ ਬਣਾਉਣਾ ਸੀ, ਡਿਫਰੈਂਟ ਡਾਇਮੈਂਸ਼ਨਸ ਨੂੰ ਕਵਰ ਕਰਾਂਗੇ ਕਿ ਇਕਨੋਮਿਕਲੀ ਵੀ ਚੇਂਜਸ ਲੈ ਕੇ ਆਇਆ, ਸੋਸ਼ਲੀ ਵੀ ਲੈ ਕੇ ਆਇਆ ਤੇ ਪੋਲੀਟੀਕਲੀ ਵੀ ਲੈ ਕੇ ਆਇਆ। ਜਦੋਂ ਵੀ ਅਸੀਂ ਆਨਸਰ ਸ਼ੁਰੂ ਕਰਨਾ ਹੈ ਅਸੀਂ ਥੋੜਾ ਜਿਹਾ ਪਹਿਲੇ ਦੱਸਣਾ ਹੈ ਕਿ ਇੰਡਸਟਰੀਅਲ ਰੈਵੋਲੂਸ਼ਨ ਕੀ ਸੀ, ਉਹ ਬਣੇਗੀ ਇੰਟਰੋਡਕਸ਼ਨ। ਤੇ ਇੰਟਰੋਡਕਸ਼ਨ 'ਚ ਅਸੀਂ ਕੀ ਦੱਸ ਸਕਦੇ ਹਾਂ? ਇੰਡਸਟਰੀਅਲ ਰੈਵੋਲੂਸ਼ਨ ਵਾਜ਼ ਅ ਪ੍ਰੋਸੈਸ ਵਿਚ ਟਰਾਂਸਫਾਰਮਡ ਪ੍ਰੋਡਕਸ਼ਨ ਫਰੋਮ ਮੈਨੂਅਲ ਟੂ ਮਕੈਨੀਕਲ। ਹੱਥਾਂ ਨਾਲ ਬਣਨ ਵਾਲੀਆਂ ਚੀਜ਼ਾਂ ਜੋ ਕਿ ਹੈਂਡੀਕ੍ਰਾਫਟ ਸੀ ਉਹ ਹੁਣ ਮਸ਼ੀਨ ਤੇ ਬਣਨੀਆਂ ਸ਼ੁਰੂ ਹੋ ਗਈਆਂ, ਰਾਈਟ। ਸੋ ਇਟ ਵਾਜ਼ ਅ ਪ੍ਰੋਸੈਸ ਵਿਚ ਟਰਾਂਸਫਾਰਮਡ ਦ ਪ੍ਰੋਡਕਸ਼ਨ ਮੈਥਡ ਫਰੋਮ ਮੈਨੂਅਲ ਟੂ ਮਕੈਨੀਕਲ ਐਂਡ ਹੈਡ ਇੰਪੈਕਟ ਇਨ ਮਲਟੀਪਲ ਵੇਜ਼। ਹੁਣ ਉਹ ਜਿਹੜੇ ਇੰਪੈਕਟ ਹੋਏ, ਜੇ ਅਸੀਂ ਇਕਨੋਮਿਕ ਇੰਪੈਕਟ ਦੀ ਗੱਲ ਕਰੀਏ ਤੇ ਉਹਦਾ ਪੋਜ਼ਿਟਿਵ ਐਸਪੈਕਟ ਦੇਖੀਏ। ਇਕਨੋਮਿਕ ਇੰਪੈਕਟ, ਪੋਜ਼ਿਟਿਵ ਇੰਪੈਕਟ ਕੀ ਸੀਗਾ, ਉਹਦਾ ਐਸਪੈਕਟ ਕੀ ਸੀ? ਅਰਬਨਾਈਜੇਸ਼ਨ ਦੀ ਪ੍ਰੋਸੈਸ ਸਟਾਰਟ ਹੋ ਗਈ, ਸ਼ਹਿਰੀਕਰਨ ਹੋਣਾ ਸ਼ੁਰੂ ਹੋਇਆ, ਨਵੀਂ ਸਿਟੀਜ਼ ਬਣੀਆਂ ਐਂਡ ਰਾਈਜ਼ ਆਫ ਕੈਪੀਟਲਿਜ਼ਮ ਹੋਇਆ, ਰਾਈਟ। ਅਰਬਨਾਈਜੇਸ਼ਨ ਐਂਡ ਰਾਈਜ਼ ਆਫ ਕੈਪੀਟਲਿਜ਼ਮ, ਮਾਰਕੀਟ ਐਕਸਪੈਂਸ਼ਨ ਹੋਈ, ਨਵੇਂ ਪ੍ਰੋਡਕਟਸ ਆਏ, ਨਵੇਂ ਟ੍ਰੇਡਸ ਸ਼ੁਰੂ ਹੋਏ, ਮਾਰਕੀਟ ਦੀ ਐਕਸਪੈਂਸ਼ਨ ਹੋ ਗਈ ਐਂਡ ਜਨਰਲ ਪ੍ਰੋਸਪੈਰਿਟੀ ਡਿਊ ਟੂ ਮਾਸ ਪ੍ਰੋਡਕਸ਼ਨ। ਲੋਕਾਂ ਕੋਲ ਪੈਸਾ ਆਇਆ, ਜਨਰਲ ਪ੍ਰੋਸਪੈਰਿਟੀ ਆਈ ਸੁਸਾਇਟੀਜ਼ ਦੇ ਵਿੱਚ। ਬਟ ਇਹਦਾ ਇੱਕ ਨੈਗੇਟਿਵ ਇੰਪੈਕਟ ਕੀ ਹੋਇਆ? ਇੰਡਸਟਰੀਅਲ ਰੈਵੋਲੂਸ਼ਨ ਆਉਣ ਨਾਲ ਅਰਬਨਾਈਜੇਸ਼ਨ ਹੋਈ, ਸ਼ਹਿਰਾਂ ਦੇ ਵਿੱਚ ਫੈਕਟਰੀਜ਼ ਬਣੀਆਂ, ਇੰਡਸਟਰੀਅਲ ਟਾਊਨਸ ਡਿਵੈਲਪ ਹੋਏ, ਬਟ ਉੱਥੇ ਜਿਹੜੇ ਗਰੀਬ ਵਰਕਰ ਸੀ ਉਹਨਾਂ ਵਿਚਾਰਿਆਂ ਨੂੰ ਹੁਣ ਅੱਗੇ ਝੌਂਪੜ ਪੱਟੀਆਂ 'ਚ ਰਹਿਣਾ ਪਿਆ, ਸਲਮਸ ਦੇ ਵਿੱਚ, ਜਿਹੜੀਆਂ ਕਿ ਓਵਰ ਕਰਾਊਡਡ ਸੀਗੀਆਂ। ਈਵਨ ਵਰਕ ਪਲੇਸ ਵੀ ਓਵਰ ਕਰਾਊਡਡ ਸੀ ਸਟਾਰਟਿੰਗ ਦੇ ਵਿੱਚ। ਸੋ ਓਵਰ ਕਰਾਊਡਡ ਵਰਕ ਪਲੇਸ, ਓਵਰ ਕਰਾਊਡਡ ਉਹਨਾਂ ਦੇ ਘਰ ਐਂਡ ਪੂਅਰ ਹਾਊਸਿੰਗ ਕੰਡੀਸ਼ਨਸ, ਰਾਈਟ। ਜਿੱਥੇ ਉਹ ਰਹਿੰਦੇ ਸੀ ਗੰਦੀ ਬਸਤੀਆਂ ਦੇ ਵਿੱਚ, ਨਾ ਹੈਲਥ ਦਾ ਕੰਡੀਸ਼ਨਸ ਦਾ ਧਿਆਨ ਰੱਖਿਆ ਜਾ ਰਿਹਾ, ਨਾ ਹਾਈਜੀਨ ਦਾ, ਨਾ ਹੀ ਵਰਕ ਪਲੇਸ ਤੇ ਨਾ ਹੀ ਘਰ ਵਿੱਚ। ਕਲੋਨੀਅਲ ਐਕਸਪੈਂਸ਼ਨ ਹੋਣਾ ਸਟਾਰਟ ਹੋ ਗਿਆ, ਇੱਕ ਮੈਡ ਰੇਸ ਫॉर ਕਲੋਨੀਅਲਿਜ਼ਮ ਹੋ ਗਈ ਔਰ ਇਸ ਕਲੋਨੀਅਲ ਐਕਸਪੈਂਸ਼ਨ ਨੇ ਕਲੋਨੀਅਲ ਰਾਈਵਲਰੀਜ਼ ਨੂੰ ਜਨਮ ਦਿੱਤਾ। ਯੂਰਪ ਦੇ ਜਿਹੜੇ ਵੱਡੇ ਵੱਡੇ ਇੰਡਸਟਰੀਅਲ ਦੇਸ਼ ਸੀ ਉਹ ਆਪਸ ਲੜਨਾ ਸ਼ੁਰੂ ਹੋਏ, ਜਿਸ ਕਰਕੇ ਬਾਅਦ 'ਚ ਵਰਲਡ ਵਾਰ 1 ਵੀ ਹੋਈ। ਵਰਲਡ ਵਾਰ 1 ਦਾ ਇੱਕ ਬਹੁਤ ਹੀ ਇੰਪੋਰਟੈਂਟ ਕਾਰਨ ਕੀ ਸੀ? ਕਲੋਨੀਅਲ ਰੈਵਲਰੀਜ਼। ਔਰ ਕਲੋਨੀਅਲ ਰੈਵਲਰੀਜ਼ ਹੋਈਆਂ ਕਦੋਂ? ਜਦੋਂ ਇੰਡਸਟਰੀਅਲ ਰੈਵੋਲੂਸ਼ਨ ਸਾਰੇ ਦੇਸ਼ਾਂ 'ਚ ਆਇਆ। ਦੈਨ ਡਿਸਅਪੀਅਰੈਂਸ ਆਫ ਸਮਾਲ ਫਾਰਮਸ ਐਂਡ ਸਮਾਲ ਫਾਰਮਰਸ ਹੋ ਗਿਆ, ਕਿਉਂਕਿ ਹੁਣ ਵੱਡੇ ਵੱਡੇ ਪਲੇਅਰਸ ਨੇ ਆ ਕੇ ਚੀਜ਼ਾਂ ਨੂੰ ਆਪਣੇ ਕੰਟਰੋਲ 'ਚ ਕਰਨਾ ਸ਼ੁਰੂ ਕਰਤਾ। ਫਿਰ ਜੇ ਅਸੀਂ ਸੋਸ਼ਲ ਇੰਪੈਕਟ ਦੀ ਗੱਲ ਕਰੀਏ ਪੋਜ਼ਿਟਿਵ ਦੇ ਵਿੱਚ, ਰਾਈਜ਼ ਇਨ ਮਾਈਗ੍ਰੇਸ਼ਨ ਐਂਡ ਨਿਊ ਐਵਨਿਊਜ਼ ਫॉर ਅਰਨਿੰਗ। ਸਾਰੇ ਲੋਕ ਜਿਹੜੇ ਪਹਿਲੇ ਕਿ ਪ੍ਰਾਇਮਰੀ ਸੈਕਟਰ ਆਫ ਇਕੋਨਮੀ ਦੇ ਵਿੱਚ ਇਨਵੋਲਵ ਸੀ ਉਹ ਹੁਣ ਸੈਕੰਡਰੀ ਜਾਂ ਟਰਸ਼ਰੀ ਸੈਕਟਰ ਨਾਲ ਵੀ ਜਾਕਰ ਐਸੋਸੀਏਟ ਕਰਨਗੇ ਤੇ ਉਸ ਦੇ ਨਾਲ ਉਹਨਾਂ ਦੀ ਅਰਨਿੰਗਸ ਦੇ ਵਿੱਚ ਵੀ ਇਨਕਰੀਜ਼ ਹੋਏਗਾ। ਐਜ਼ ਵੈਲ ਐਜ਼ ਮਾਈਗ੍ਰੇਸ਼ਨ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਪਿੰਡਾਂ ਤੋਂ ਨਿਕਲ ਕੇ ਫਰੋਮ ਰੂਰਲ ਏਰੀਆਜ਼ ਉਹ ਅਰਬਨ ਏਰੀਆਜ਼ ਦੇ ਵਿੱਚ ਆਉਣਗੇ। ਰਾਈਜ਼ ਆਫ ਪ੍ਰੋ ਵਰਕਰ ਸੋਸ਼ਲਿਜ਼ਮ ਹੋਇਆ, ਕਿਉਂਕਿ ਜਦ ਵਰਕਰਸ ਦੀ ਐਕਸਪਲੋਇਟੇਸ਼ਨ ਹੋਈ, ਉਸ ਐਕਸਪਲੋਇਟੇਸ਼ਨ ਦੇ ਕਰਕੇ ਨਵੇਂ ਆਈਡੀਆਜ਼ ਆਏ। ਅਲਟੀਮੇਟਲੀ ਕਾਰਲ ਮਾਰਕਸ ਦੀ ਜਿਹੜੀ ਕਮਿਊਨਿਜ਼ਮ ਦੀ ਆਈਡੀਓਲੋਜੀ ਹੈ ਉਹ ਵੀ ਪਪੂਲਰ ਹੋਈ ਤੇ ਵਰਕਰਸ ਨੂੰ ਉਹਨਾਂ ਦੇ ਰਾਈਟਸ ਵਾਸਤੇ ਅਵੇਕਨ ਕੀਤਾ। ਨੈਗੇਟਿਵ ਇੰਪੈਕਟ, ਮੋਰਲ ਡਾਊਨਫਾਲ ਆਫ ਸੁਸਾਇਟੀ ਹੋ ਗਿਆ। ਮੋਰਲ ਡਾਊਨਫਾਲ ਮੀਨਸ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਮਟੀਰੀਅਲਿਸਟਿਕ ਚੀਜ਼ਾਂ ਪਿੱਛੇ ਪੈ ਗਏ ਐਂਡ ਬ੍ਰੇਕਡਾਊਨ ਆਫ ਟ੍ਰੈਡੀਸ਼ਨਲ ਫੈਮਿਲੀ ਸਿਸਟਮ ਹੋਇਆ। ਜਦੋਂ ਇਕੱਠੇ ਪਿੰਡਾਂ 'ਚ ਰਹਿੰਦੇ ਸੀ ਤੇ ਜੁਆਇੰਟ ਫੈਮਿਲੀ ਕਲਚਰ ਸੀ, ਹੁਣ ਲੋਕੀ ਜਦੋਂ ਸ਼ਹਿਰਾਂ ਵੱਲ ਨੂੰ ਮਾਈਗ੍ਰੇਟ ਕਰ ਗਏ, ਉਸ ਮਾਈਗ੍ਰੇਸ਼ਨ ਦੀ ਪ੍ਰੋਸੈਸ ਦੇ ਨਾਲ ਜਿਹੜਾ ਨਿਊਕਲੀਅਰ ਫੈਮਿਲੀ ਦਾ ਕਲਚਰ ਵੀ ਆਇਆ ਐਂਡ ਐਕਸਪਲੋਇਟੇਸ਼ਨ ਆਫ ਵਰਕਰਸ ਇਹ ਬਹੁਤ ਜ਼ਿਆਦਾ ਹੋਇਆ। ਪਰਟੀਕੂਲਰਲੀ ਵੂਮਨ ਐਂਡ ਚਿਲਡਰਨ ਜਿਹੜੇ ਵਰਕਰ ਸੀ ਉਹਨਾਂ ਦੀ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਹੋਈ। ਹੁਣ ਜੇ ਅਸੀਂ ਕਰੀਏ ਪੋਲੀਟੀਕਲ ਇੰਪੈਕਟ ਦੀ ਗੱਲ, ਪੋਜ਼ਿਟਿਵ ਦੇ ਵਿੱਚ ਲਿਬਰਲਿਜ਼ਮ ਦੀ ਆਈਡੀਓਲੋਜੀ ਪਪੂਲਰ ਹੋਈ, ਮਿਡਲ ਕਲਾਸ ਦਾ ਰਾਈਜ਼ ਹੋਇਆ ਤੇ ਨਾਲ ਦੀ ਨਾਲ ਲੈਜ਼ਿਸ ਫੇਅਰ ਦੀ ਥਿਊਰੀ ਜਿਹੜੀ ਸੀ ਐਡਮ ਸਮਿਥ ਦੀ ਉਹ ਪਪੂਲਰ ਬਣ ਗਈ ਕਿ ਸਟੇਟ ਜਿਹੜੀ ਹੈ ਉਹ ਜ਼ਿਆਦਾ ਇੰਟਰਫੇਅਰ ਨਾ ਕਰੇ ਇਕੋਨਮੀ ਦੇ ਵਿੱਚ, ਲੀਵ ਦਾ ਮੈਨ ਅਲੋਨ, ਰਾਈਟ। ਫਰੀडम ਆਫ ਟ੍ਰੇਡ ਵਾਲਾ ਆਈਡੀਆ ਆ ਗਿਆ। ਇਹਦੇ ਨਾਲ ਹੀ ਇੰਡੀਵਿਜੂਅਲਿਜ਼ਮ ਦਾ ਆਈਡੀਆ ਵੀ ਬੜਾ ਪਪੂਲਰ ਹੋਇਆ ਉਸ ਟਾਈਮ ਦੇ ਉੱਪਰ, ਦੈਟ ਐਵਰੀ ਇੰਡੀਵਿਜੂਅਲ ਇਜ਼ ਇੰਪੋਰਟੈਂਟ ਐਂਡ ਪਾਰਲੀਮੈਂਟਰੀ ਰਿਫਾਰਮ ਸਟਾਰਟ ਹੋ ਗਏ ਪੂਰੇ ਯੂਰਪ ਦੇ ਵਿੱਚ। ਸਭ ਤੋਂ ਵਧੀਆ ਐਗਜ਼ਾਮਪਲ ਹੈ ਬ੍ਰਿਟੇਨ ਦਾ 1832 ਦਾ ਬਿੱਲ, ਜਿਹਦੇ ਨਾਲ ਬ੍ਰਿਟੇਨ ਦੇ ਪਾਰਲੀਮੈਂਟਰੀ ਰਿਫਾਰਮਸ ਹੋਏ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੋਟਿੰਗ ਦੇ ਰਾਈਟਸ ਮਿਲੇ।
ਰਾਈਟ, ਬਟ ਇਹਦੇ ਵੀ ਨੈਗੇਟਿਵ ਇੰਪੈਕਟ ਕੀ ਹੋਏ, ਐਕਸੈਸਿਵ ਕੰਟਰੋਲ ਆਫ ਕੈਪੀਟਲਿਸਟ ਔਨ ਪੋਲਿਟਿਕਸ ਹੋ ਗਿਆ, ਰਾਈਟ। ਜਿਹੜੀ ਮਿਡਲ ਕਲਾਸ ਸੀ, ਜਿਹੜੀ ਇੰਡਸਟਰੀਲਿਸਟ ਕਲਾਸ ਸੀ, ਉਹਦਾ ਰਾਈਜ਼ ਹੋਇਆ ਤੇ ਉਹਨਾਂ ਨੇ ਪੋਲਿਟਿਕਸ ਨੂੰ ਆਪਣੇ ਕੰਟਰੋਲ 'ਚ ਕੀਤਾ, ਔਰ ਉਹਦੇ ਨਾਲ ਇੱਕ ਪਾਸੇ ਤਾਂ ਕਲੋਨਾਈਜੇਸ਼ਨ ਦੀ ਪ੍ਰੋਸੈਸ ਜਿਹੜੀ ਆ ਉਹ ਫਾਸਟ ਹੋਈ, ਨਾਲ ਦੀ ਨਾਲ ਜਿਹੜੇ ਵਰਕਰਸ ਦੇ ਰਾਈਟ ਸੀਗੇ ਉਹਨਾਂ ਵਾਸਤੇ ਕੋਈ ਖਾਸ ਲੈਜਿਸਲੇਸ਼ਨਸ ਪਾਸ ਨਹੀਂ ਹੋਏ, ਤਾਂ ਪ੍ਰੋ ਲੇਬਰ ਰਿਫਾਰਮਸ ਨਹੀਂ ਹੋ ਪਾਏ, ਜਿਹਦੇ ਕਰਕੇ ਹੀ ਸੋਸ਼ਲਿਜ਼ਮ ਕਮਿਊਨਿਜ਼ਮ 'ਚ ਵੀ ਕਨਵਰਟ ਹੋ ਗਈ। ਹੁਣ ਜਦੋਂ ਅਸੀਂ ਇਸ ਆਨਸਰ ਦਾ ਕਨਕਲੂਜਨ ਕਰਨਾ ਹੈ, ਇਹਨੂੰ ਥੋੜਾ ਹੋਰ ਫਿਊਚਰਿਸਟਿਕ ਬਣਾ ਦਿੰਦੇ ਆ, ਔਰ ਉਸ ਫਿਊਚਰਿਸਟਿਕ ਆਨਸਰ 'ਚ ਅਸੀਂ ਕੀ ਦੱਸਾਂਗੇ ਕਿ ਇਨ ਦਾ ਲੌਂਗ ਰਨ ਇਸ ਪ੍ਰੋਸੈਸ ਆਫ ਇੰਡਸਟਰੀਲਾਈਜੇਸ਼ਨ ਨੇ ਜਿੱਥੇ ਪ੍ਰੋਸਪੈਰਿਟੀ ਦਿੱਤੀ, ਉੱਥੇ ਹੀ ਇਹਨੇ ਸਾਨੂੰ ਇਨਵਾਇਰਮੈਂਟਲ ਡਿਗਰੇਡੇਸ਼ਨ ਤੇ ਗਲੋਬਲ ਵਾਰਮਿੰਗ ਜੈਸੀ ਪ੍ਰੋਬਲਮਸ ਵੀ ਖੜੀਆਂ ਕਰਤੀਆਂ, ਰਾਈਟ। ਸੋ ਦਿਸ ਇਜ਼ ਹਾਊ ਯੂ ਕੈਨ ਰਾਈਟ ਪ੍ਰੋਪਰ ਇਫੈਕਟਿਵ ਆਨਸਰਸ ਇਨ ਯੂਅਰ ਮੇਨਸ। ਬਾਕੀ ਇसी तरह ਤੁਹਾਡੇ ਨਾਲ ਅਸੀਂ ਪ੍ਰੀ ਔਰ ਮੇਨਸ ਦੇ ਆਨਸਰਸ, ਪਿਛਲੇ ਪੇਪਰਸ ਦੇ ਆਨਸਰਸ ਪਲੱਸ ਉਹਨਾਂ ਦੇ ਐਨਾਲਿਸਿਸ ਕਰਦੇ ਰਵਾਂਗੇ, ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰੰਟ ਅਫੇਅਰ ਦੀ ਕਲਾਸਿਸ ਜਿਹੜੀਆਂ ਸਾਡੀਆਂ ਵੀਕਲੀ ਹੈ ਉਹ ਅਸੀਂ ਫ੍ਰੀ ਰੱਖਾਂਗੇ YouTube ਦੇ ਉੱਪਰ, ਸੋ ਦੈਟ ਮੈਕਸਿਮਮ ਸਟੂਡੈਂਟਸ ਉਹਨਾਂ ਨੂੰ ਇੰਜੋਏ ਕਰ ਸਕਣ, ਉਹਨਾਂ ਨੂੰ ਯੂਜ਼ ਕਰ ਸਕਣ। ਐਟ ਦ ਸੇਮ ਟਾਈਮ ਸਾਡੇ WhatsApp ਗਰੁੱਪ ਜੇ ਫੁੱਲ ਹੋਏ ਸੀ, ਸਾਨੂੰ ਕੁਝ ਸਟੂਡੈਂਟਸ ਦੇ ਮੈਸੇਜ ਆਏ ਕਿ ਸਰ ਤੁਸੀਂ ਟੈਲੀਗ੍ਰਾਮ ਗਰੁੱਪ ਬਣਾਓ। ਅਸੀਂ ਉਹ ਟੈਲੀਗ੍ਰਾਮ ਗਰੁੱਪ ਬਣਾਤਾ PCS 2020 ਵਿਦ ਰਾਜ IAS। ਉਹਦੇ ਵਿੱਚ ਅਸੀਂ ਡੇਲੀ ਦੇ ਕਰੰਟ ਅਫੇਅਰ ਸ਼ੇਅਰ ਕਰ ਰਹੇ ਹਾਂ ਪਿਛਲੇ 3 ਮਹੀਨੇ, ਜਿਹਦੇ ਵਿੱਚ ਮਾਰਚ, ਅਪ੍ਰੈਲ ਤੇ ਮਈ ਇਹਦੇ ਮੈਂ ਮੰਥਲੀ ਮੈਗਜ਼ੀਨਸ ਵੀ ਸ਼ੇਅਰ ਕਰਤੇ हैं, ਪਲੱਸ ਅਸੀਂ ਉਹਦੇ ਵਿੱਚ ਹੋਰ ਵੀ ਕੁਛ ਨਾ ਕੁਛ ਤੁਹਾਡੇ ਲੋਕਾਂ ਵਾਸਤੇ ਜ਼ਰੂਰ ਸ਼ੇਅਰ ਕਰਾਂਗੇ। ਬਾਕੀ ਉਸ ਤੋਂ ਇਲਾਵਾ ਸਾਡੀਆਂ ਟੈਸਟ ਸੀਰੀਜ਼ ਚੱਲ ਰਹੀਆਂ ਜਿਹੜੀਆਂ ਪੇਡ ਹੈ ਪਰ ਬਹੁਤ ਹੀ ਰੀਜ਼ਨੇਬਲ, ਸਾਡੇ ਨੋਟਸ ਅਵੇਲੇਬਲ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ। ਸਾਡੀ ਪ੍ਰੀ ਦੇ ਅਲੱਗ ਬੈਚ ਚੱਲ ਰਿਹਾ ਤੇ ਪ੍ਰੀ ਕਮ ਮੇਨਸ ਦਾ ਬੈਚ ਵੀ ਚੱਲ ਰਿਹਾ, ਤੇ ਜਿਹੜੇ ਜ਼ਿਆਦਾ ਸਿੰਸੀਅਰ ਲੋਕ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਰ ਜਿਹੜਾ ਮੌਕਾ ਮਿਲਿਆ ਇੱਕ ਗੋਲਡਨ ਓਪਰਚੁਨਿਟੀ ਹੈ, ਕਿਉਂਕਿ ਐਗਜ਼ਾਮ ਆਇਆ ਉਸ ਟਾਈਮ ਤੇ ਹੈ ਜਿਸ ਟਾਈਮ ਤੇ ਕੋਵਿਡ ਚੈਲੰਜ ਹੈ, ਸਾਡੇ ਉੱਪਰ ਆਫਿਸਿਸ ਦੇ ਕੰਮਾਂ ਦਾ ਬਹੁਤ ਜ਼ਿਆਦਾ ਬੋਝ ਨਹੀਂ ਪਿਆ ਹੋਇਆ ਇਸ ਟਾਈਮ ਤੇ, ਪਲੱਸ ਪੋਸੀਬਿਲਿਟੀ ਇਹ ਵੀ ਹੈ ਕਿ ਪੇਪਰ ਥੋੜਾ ਪੋਸਟਪੋਨ ਹੋ ਜਾਏ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਪੂਰੇ ਟਾਈਮ ਨੂੰ ਮੈਕਸਿਮਮ ਯੂਟਿਲਾਈਜ਼ ਕਰੋ, ਤੇ ਸਾਡੀ ਕਲਾਸਿਸ ਜਿਹੜੀਆਂ ਦਿਨ ਦੇ ਵਿੱਚ 6 ਘੰਟੇ ਦੀ ਕਲਾਸ ਚੱਲਦੀ ਪਈ ਹੈ ਪ੍ਰੀ ਕਮ ਮੇਨਸ ਦੇ ਬੈਚ ਦੀ, ਜਿਹਦੇ ਵਿੱਚ ਅਸੀਂ ਬਹੁਤ ਵਧੀਆ ਢੰਗ ਨਾਲ ਸਿਲੇਬਸ ਨੂੰ ਇੱਕ ਸਿਸਟਮੈਟਿਕ ਮੈਨਰ ਦੇ ਵਿੱਚ ਕਵਰ ਕਰ ਰਹੇ ਹਾਂ, ਔਰ ਤੁਹਾਨੂੰ ਨਾਲ ਪ੍ਰੋਪਰ ਨੋਟਸ ਪ੍ਰੋਵਾਈਡ ਕਰ ਰਹੇ ਹਾਂ, ਕਲਾਸ ਦੇ ਵਿੱਚ ਤੁਹਾਡੇ ਫਲੋ ਚਾਰਟਸ ਬਣਵਾ ਰਹੇ ਹਾਂ, ਚੀਜ਼ਾਂ ਨੂੰ ਯਾਦ ਕਰਨ 'ਚ ਤੁਹਾਡੀ ਹੈਲਪ ਕਰ ਰਹੇ ਹਾਂ। ਤੇ ਜਿਨ੍ਹਾਂ ਨੇ ਵੀ ਇਹਦਾ ਡੈਮੋ ਲੈਕਚਰ ਲੈਣਾ ਹੋਏ, ਜਿਨ੍ਹਾਂ ਨੇ ਹਾਲੇ ਤੱਕ ਡੈਮੋ ਲੈਕਚਰ ਨਹੀਂ ਦੇਖਿਆ ਔਰ ਡੈਮੋ ਲੈਕਚਰ ਲਾਈਵ ਲੈਣਾ ਹੋਏ ਕਿ ਅਸੀਂ ਕਿੱਦਾਂ ਪੜ੍ਹਾ ਰਹੇ ਹਾਂ, ਉਹ ਮੈਨੂੰ ਮੇਰੇ ਨੰਬਰ 9814711661 9814711661 ਤੇ ਸਿਰਫ WhatsApp ਜਾਂ ਮੈਸੇਜ ਕਰਨਗੇ ਤੇ ਮੈਂ ਉਹਨਾਂ ਨੂੰ 2 ਲੈਕਚਰ ਦਾ ਡੈਮੋ ਲਿੰਕ ਉਸੇ ਟਾਈਮ ਤੇ ਪ੍ਰੋਵਾਈਡ ਕਰਾਂਗਾ। ਬੈਸਟ ਆਫ ਲੱਕ।